Good morning, students. Now we will start our next chapter, chapter number 14. ठीक है ऑनलाइन ਸਟੱਡੀ ਦੇ ਅਕੋਰਡਿੰਗ ਇਹ ਤੁਹਾਡਾ 8th ਚੈਪਟਰ ਬਣਦਾ ਠੀਕ ਹੈ ਬੁੱਕ ਦੇ ਵਿੱਚ ਤੁਹਾਡਾ 14th ਚੈਪਟਰ ਹੈ ਜਿਹਦਾ ਨਾਮ ਹੈਗਾ ਗਵਰਨਮੈਂਟ ਬਜਟ ਐਂਡ ਦਾ ਇਕਨੋਮੀ। ਹੁਣ ਤੁਹਾਨੂੰ ਪਤਾ ਵੀ ਬਜਟ ਦਾ ਕੀ ਮਤਲਬ ਹੁੰਦਾ, ਆਪਣੇ ਘਰੇ ਵਿੱਚ ਕੀ ਹੁੰਦਾ ਕਿ ਆਪਾਂ ਨੂੰ ਪਤਾ ਹੁੰਦਾ ਵੀ ਇੰਨੀ ਇਨਕਮ ਆਉਂਦੀ ਹੈ, ਇੰਨਾ ਖਰਚ ਆਉਂਦਾ। ਠੀਕ ਹੈ, ਆਪਾਂ ਇੱਕ ਬਜਟ ਬਣਾ ਕੇ ਤੁਰਦੇ ਹਾਂ ਵੀ ਆਪਾਂ ਇਸ ਹਿਸਾਬ ਨਾਲ ਖਰਚ ਕਰਨਾ। ਠੀਕ ਹੈ, ਆਪਣੇ ਇਨਕਮ ਦੇ ਹਿਸਾਬ ਨਾਲ। ਉੱਦਾਂ ਹੀ ਕੀ ਹੈ, ਇਹਨਾਂ ਨੇ ਗੱਲ ਕੀਤੀ ਹੈ ਇੱਥੇ ਗਵਰਨਮੈਂਟ ਬਜਟ ਦੀ। ਠੀਕ ਹੈ, ਸਰਕਾਰੀ ਬਜਟ ਦੀ ਗੱਲ ਕੀਤੀ ਆ। ਹੁਣ ਇਹਦੇ ਵਿੱਚ ਆਪਾਂ ਕੀ ਲੈਣਾ, ਗਵਰਨਮੈਂਟ ਨੂੰ ਲਵਾਂਗੇ ਤੇ ਗਵਰਨਮੈਂਟ ਦੇ ਕੀ ਲਵਾਂਗੇ ਆਪਾਂ, ਖਰਚ ਕਿੰਨੇ ਹੁੰਦੇ ਆ। ਠੀਕ ਹੈ, ਤੇ ਉਹਦੀਆਂ ਆਮਦਨਾਂ ਕਿੰਨੀਆਂ। ਠੀਕ ਹੈ, ਟੈਕਸ ਵਗੈਰਾ ਤੋਂ ਆਮਦਨ ਆਉਂਦੀ ਹੈ। ਠੀਕ ਹੈ, ਖਰਚ ਜੋ ਕਿ ਕੁਛ ਆਪਣੀ ਜਿਹੜੀ ਡਿਵੈਲਪਮੈਂਟ ਲਈ, ਕੰਟਰੀ ਦੀ ਡਿਵੈਲਪਮੈਂਟ ਲਈ, ਇਕੋਨਮੀ ਨੂੰ ਉੱਪਰ ਲੈ ਕੇ ਜਾਣ ਲਈ ਜੋ ਵੀ ਕੀ ਕਰਦੇ ਆ, ਖਰਚ ਵਗੈਰਾ ਕਰਦੇ ਆ। ਠੀਕ ਹੈ, ਉਹਨਾਂ ਦੇ ਜਿਹੜੇ ਕੀ ਹੈ ਬਜਟ ਬਣਾਇਆ ਜਾਂਦਾ। ਠੀਕ ਹੈ, ਉਹਦੇ ਬਾਰੇ ਹੀ ਆਪਾਂ ਇਸ ਲੈਸਨ ਦੇ ਵਿੱਚ ਪੜਾਂਗੇ। ਠੀਕ ਹੈ, ਤੇ ਉਹਦਾ ਇਕੋਨਮੀ ਦੇ ਉੱਤੇ ਕੀ ਅਸਰ ਪੈਂਦਾ ਇਹ ਵੀ ਪੜਾਂਗੇ। ਸਭ ਤੋਂ ਪਹਿਲਾਂ ਆਪਾਂ ਇਹਦੀ ਇੰਟਰੋਡਕਸ਼ਨ ਕਰਦੇ ਹਾਂ। ਦੇਖੋ, the government of each and every country aims at achieving various objectives like ਠੀਕ ਹੈ, ਕਹਿੰਦੇ ਹਰੇਕ ਦੇਸ਼ ਦੀ ਜਿਹੜੀ ਸਰਕਾਰ ਆ ਉਹ ਚਾਹੁੰਦੀ ਆ ਵੀ ਬਹੁਤ ਸਾਰੇ ਉਦੇਸ਼ ਪੂਰੇ ਕਰੀਏ ਤੇ ਆਪਣੀ ਕੰਟਰੀ ਨੂੰ ਅੱਗੇ ਲੈ ਕੇ ਜਾਈਏ। ਜਿਵੇਂ ਕਿ ਉਹ ਚਾਹੁੰਦੀ ਆ ਵੀ ਇਕਨੋਮਿਕ ਗਰੋਥ ਹੋਵੇ, ਸਾਡਾ ਦੇਸ਼ ਕੀ ਆ ਆਰਥਿਕ ਵਿਕਾਸ ਦੇ ਪੱਖੋਂ ਬਹੁਤ ਮਜ਼ਬੂਤ ਹੋ ਜਾਵੇ। ਠੀਕ ਹੈ, ਰਿਡਕਸ਼ਨ ਆਫ ਇਨਇਕੁਆਲਿਟੀਜ਼ ਇਨ ਦਾ ਇਨਕਮ ਮਤਲਬ ਆਮਦਨ ਦੇ ਵਿੱਚ ਬਹੁਤ ਸਾਰੀਆਂ ਅਸਮਾਨਤਾਵਾਂ ਆ ਜਾਂਦੀਆਂ। ਮਤਲਬ ਜਿਹੜੇ ਅਮੀਰ ਆ ਉਹ ਹੋਰ ਅਮੀਰ ਹੋਈ ਜਾਂਦੇ ਆ, ਜਿਹੜੇ ਗਰੀਬ ਆ ਹੋਰ ਗਰੀਬ ਆਏ ਜਾਂਦੇ ਆ। ਠੀਕ ਹੈ, ਉਹਦੇ ਨਾਲ ਕੀ ਹੋ ਜਾਂਦਾ ਵੀ ਕੰਟਰੀ ਆਪਣੀ ਪਿੱਛੇ ਚਲੀ ਜਾਂਦੀ ਆ, ਉਹਨੂੰ ਕੀ ਆ ਰਿਡਿਊਸ ਕਰਨਾ। ਠੀਕ ਹੈ, ਇਹ ਉਹਨਾਂ ਦਾ ਉਦੇਸ਼ ਹੁੰਦਾ। ਇਸ ਤੋਂ ਬਿਨਾਂ ਪ੍ਰਾਈਸ ਸਟੇਬਿਲਿਟੀ ਇਹ ਸਭ ਤੋਂ ਇੰਪੋਰਟੈਂਟ ਆ। ਠੀਕ ਹੈ, ਮਹਿੰਗਾਈ ਨਾ ਆਉਣ ਦੇਣਾ। ਠੀਕ ਹੈ, ਜਾਂ ਜ਼ਿਆਦਾ ਡਾਊਨ ਪ੍ਰਾਈਸ ਨਾ ਜਾਣ ਦੇਣਾ, ਪ੍ਰਾਈਸ ਦੇ ਵਿੱਚ ਜਾਂ ਕੀਮਤਾਂ ਦੇ ਵਿੱਚ ਸਥਿਰਤਾ ਲਿਆਉਣਾ, ਇਹ ਵੀ ਕੀ ਆ ਉਹਦਾ ਇੱਕ ਓਬਜੈਕਟਿਵ ਆ ਕੰਟਰੀਜ਼ ਦਾ। ਠੀਕ ਹੈ, ਇਸ ਤੋਂ ਅੱਗੇ ਜਨਤਕ ਅਦਾਰਿਆਂ ਦੇ ਉਚਿਤ ਪ੍ਰਬੰਧ। ਜਨਤਕ ਅਦਾਰਿਆਂ ਮਤਲਬ ਜੋ ਵੀ ਪਬਲਿਕ ਦੇ ਵਿੱਚ ਹੋ ਰਿਹਾ। ਠੀਕ ਹੈ, ਮੈਨੇਜਮੈਂਟ ਆਫ ਪਬਲਿਕ ਇੰਟਰਪ੍ਰਾਈਜ਼ਸ ਐਕਸੈਟਰਾ। ਠੀਕ ਹੈ, ਉਹ ਕੀ ਕਹਿੰਦੀ ਹੈ ਵੀ ਜਨਤਕ ਅਦਾਰਿਆਂ ਦੇ ਵਿੱਚ ਜਿਹੜਾ ਕੋਈ ਵੀ ਕੰਮ ਹੋ ਰਿਹਾ ਉਹਨਾਂ ਦਾ ਵਧੀਆ ਤੋਂ ਵਧੀਆ ਉਚਿਤ ਪ੍ਰਬੰਧ ਕਰਨਾ ਤਾਂ ਕਿ ਪੈਸਾ ਜਿਹੜਾ ਉਹ ਖਰਾਬ ਨਾ ਹੋਵੇ। ਠੀਕ ਹੈ, ਇਹ ਸਾਰੇ ਹਰੇਕ ਕੰਟਰੀ ਦੇ ਕੀ ਆ ਉਦੇਸ਼ ਹੁੰਦੇ ਆ, ਇਹਨਾਂ ਨੂੰ ਪੂਰਾ ਕਰਨਾ ਚਾਹੁੰਦੀ ਹੈ ਹਰੇਕ ਗਵਰਨਮੈਂਟ। ਸੋ ਕੀ ਆ all these objectives can be achieved by the proper allocation of the available resources। ਇਹ ਤੁਹਾਨੂੰ ਇਕਨੋਮਿਕਸ ਤੇ ਸਟਾਰਟ ਕਰਨ ਤੋਂ ਪਹਿਲਾਂ ਆਪਾਂ ਪਹਿਲਾ ਲੈਕਚਰ ਹੀ ਪੜ੍ਹਿਆ ਸੀ ਕਿ ਇਕਨੋਮਿਕਸ ਕੀ ਆ, ਕਹਿੰਦੇ ਐਲੋਕੇਸ਼ਨ ਆ, ਇੱਕ ਵੰਡ ਆ ਕਿਹਦੀ, ਸਾਧਨਾਂ ਦੀ ਕੀ ਆ, ਜਿਹੜੇ ਆਪਣੇ ਦੇਸ਼ ਦੇ ਵਿੱਚ ਜਿੰਨੇ ਵੀ ਸਾਧਨ ਆ ਜਿਨ੍ਹਾਂ ਨਾਲ ਕੀ ਆ ਯੂਜ਼ ਕਰਕੇ ਆਪਾਂ ਵਿਕਾਸ ਕਰ ਸਕਦੇ ਹਾਂ, ਉਹਨਾਂ ਦੀ ਇੱਕ ਪ੍ਰੋਪਰ ਐਲੋਕੇਸ਼ਨ ਆ ਵੀ ਉਹਨਾਂ ਦੀ ਵੰਡ ਇਸ ਤਰ੍ਹਾਂ ਹੋਣੀ ਚਾਹੀਦੀ ਹੈ ਕਿ ਜਿਹੜੇ ਆਹ ਵਾਲੇ ਸਾਰੇ ਕੀ ਆ ਉਦੇਸ਼ ਆ ਉਹ ਪੂਰੇ ਹੋ ਸਕਣ। ਠੀਕ ਹੈ, ਤਾਂ ਹੀ ਇਹ ਅਚੀਵ ਹੋ ਸਕਦੇ ਆ। ਇਸ ਤੋਂ ਅੱਗੇ ਸੋ ਮੈਨੇਜਮੈਂਟ ਆਫ ਪਬਲਿਕ ਫਾਈਨਾਂਸ ਅਜ਼ਿਊਮ ਦਾ ਐਟਮੋਸਟ ਇੰਪੋਰਟੈਂਸ ਇਨ ਐਵਰੀ ਇਕੋਨਮੀ। ਕਹਿੰਦੇ ਹਰੇਕ ਇਕੋਨਮੀ ਦੇ ਵਿੱਚ, ਹਰੇਕ ਅਰਥ ਵਿਵਸਥਾ ਦੇ ਵਿੱਚ ਕਹਿੰਦੇ ਪਬਲਿਕ ਫਾਈਨਾਂਸ ਨੂੰ ਬਹੁਤ ਜ਼ਿਆਦਾ ਮਹੱਤਤਾ ਦਿੱਤੀ ਜਾਂਦੀ ਆ। ਠੀਕ ਹੈ, ਬਹੁਤ ਜ਼ਿਆਦਾ ਇੰਪੋਰਟੈਂਸ ਦਿੱਤੀ ਜਾਂਦੀ ਹੈ। ਪਬਲਿਕ ਫਾਈਨਾਂਸ ਮਤਲਬ ਲੋਕਾਂ ਦੇ ਕੋਲ ਕਿੰਨਾ ਪੈਸਾ ਜਾ ਰਿਹਾ, ਕਿੰਨਾ ਪੈਸਾ ਉਹਨਾਂ ਕੋਲੋਂ ਆ ਰਿਹਾ। ਠੀਕ ਹੈ, ਇਹ ਜਨਤਕ ਵਿੱਤ ਆ। ਜਨਤਕ ਮਤਲਬ ਪਬਲਿਕ ਹੋ ਗਿਆ। ਠੀਕ ਹੈ, ਪਬਲਿਕ ਨੂੰ ਕੌਣ ਪੈਸਾ ਦਿੰਦੀ ਹੈ, ਸਰਕਾਰ, ਤੇ ਸਰਕਾਰ ਨੂੰ ਕੌਣ ਪੈਸਾ ਦਿੰਦਾ, ਪਬਲਿਕ। ਸੋ ਇਹਦੇ ਲਈ ਕੀ ਆ, ਇਹਦਾ ਸੰਬੰਧ ਕਿਹਦੇ ਨਾਲ ਆ, ਬਜਟ ਦੇ ਨਾਲ ਆ। ਠੀਕ ਹੈ, ਜਿੱਥੇ ਪਬਲਿਕ ਫਾਈਨਾਂਸ ਦੀ ਗੱਲ ਆ ਗਈ ਉੱਥੇ ਕੀ ਆ ਬਜਟ ਦੀ ਗੱਲ ਵੀ ਆਊਗੀ। ਸੋ ਆਪਾਂ ਕੀ ਦੇਖਦੇ ਹਾਂ ਹੁਣ, ਮੀਨਿੰਗ ਆਫ ਦਾ ਗਵਰਨਮੈਂਟ ਬਜਟ। ਗਵਰਨਮੈਂਟ ਬਜਟ ਦਾ ਕੀ ਮੀਨਿੰਗ ਆ, ਸਰਕਾਰੀ ਬਜਟ ਦਾ ਕੀ ਅਰਥ ਆ। ਦੇਖੋ, ਆ ਬਜਟ ਇਜ਼ ਅ ਸਟੇਟਮੈਂਟ ਆਫ ਦਾ ਐਸਟੀਮੇਟਡ ਰਿਸਿਪਟ। ਇਹਦੇ ਵਿੱਚ ਤੁਸੀਂ ਯਾਦ ਰੱਖਣਾ ਵੀ ਐਸਟੀਮੇਟਡ ਜ਼ਰੂਰ ਲਾਉਣਾ, ਕਿਉਂਕਿ ਇਹਦੇ ਵਿੱਚ ਆਪਾਂ ਸਿਰਫ ਕੀ ਆ ਬਜਟ ਦੇ ਵਿੱਚ ਆਪਾਂ ਨੂੰ ਵੀ ਪਤਾ ਵੀ ਆਪਣੇ ਸਾਲ ਦੇ ਵਿੱਚ ਆਪਾਂ ਸੋਚ ਕੇ ਰੱਖਦੇ ਹਾਂ ਵੀ ਆਪਾਂ ਆਹ ਕਰਾਂਗੇ, ਇੰਨੇ ਖਰਚੇ ਆਉਣਗੇ ਜਾਂ ਇੱਥੋਂ ਆਮਦਨ ਆਊਗੀ। ਠੀਕ ਹੈ, ਆਪਾਂ ਸਿਰਫ ਅੰਦਾਜ਼ਾ ਲਾਉਣੇ ਆ। ਠੀਕ ਹੈ, ਹੋ ਸਕਦਾ ਵੀ ਉਹ ਸਾਲ ਵਿੱਚ ਕੁਝ ਹੋਰ ਹੋ ਜਾਵੇ। ਠੀਕ ਹੈ, ਆਪਣਾ ਖਰਚਾ ਵੱਧ ਜਾਵੇ ਜਾਂ ਆਪਣੀ ਆਮਦਨ ਵੱਧ ਜਾਵੇ। ਠੀਕ ਹੈ, ਇਹ ਸਿਰਫ ਕੀ ਆ ਬਜਟ ਇੱਕ ਇਹੋ ਜਿਹੀ ਸਟੇਟਮੈਂਟ ਆ ਜੋ ਕੀ ਆ ਐਸਟੀਮੇਟ ਰਿਸਿਪਟ ਮਤਲਬ ਸੰਭਾਵੀ ਆਮਦਨ, ਰਿਸਿਪਟ ਮਤਲਬ ਜੋ ਆਮਦਨ ਹੁੰਦੀ ਹੈ। ਠੀਕ ਹੈ, ਉਹਦੀ ਸਟੇਟਮੈਂਟ ਆ। ਐਂਡ ਐਸਟੀਮੇਟਡ ਐਕਸਪੈਂਡੀਚਰਸ ਮਤਲਬ ਸੰਭਾਵੀ ਖਰਚ, ਜੋ ਵੀ ਖਰਚ ਕਰਦੀ ਆ ਕਿਸੇ ਵੀ ਦੇਸ਼ ਦੀ ਸਰਕਾਰ ਡਿਊਰਿੰਗ ਗਿਵਨ ਫਾਈਨੈਂਸ਼ੀਅਲ ਈਅਰ। ਠੀਕ ਹੈ, ਇੱਕ ਸਾਲ ਦੇ ਵਿੱਚ, ਇੱਕ ਫਾਈਨੈਂਸ਼ੀਅਲ ਈਅਰ ਦੇ ਵਿੱਚ
ਬਜਟ ਕੀ ਹੈ? ਇੱਕ ਸਟੇਟਮੈਂਟ ਆ ਜਿਹਦੇ ਵਿੱਚ ਆਮਦਨ ਤੇ ਖਰਚ ਨੂੰ ਲਿਆ ਜਾਂਦਾ। ਠੀਕ ਹੈ, ਇਹਦੇ ਵਿੱਚ ਕੀ ਆ, ਆਪਾਂ ਜ਼ਰੂਰੀ ਤੌਰ ਤੇ ਕੀ ਲਿਖਣਾ? ਫਾਈਨੈਂਸ਼ੀਅਲ ਈਅਰ। ਦੇਖੋ ਇਕਨੋਮਿਕਸ ਦੇ ਵਿੱਚ ਹਮੇਸ਼ਾ ਫਾਈਨੈਂਸ਼ੀਅਲ ਈਅਰ ਦੀ ਗੱਲ ਹੁੰਦੀ ਹੈ, ਵਿੱਤੀ ਸਾਲ ਦੀ ਗੱਲ ਹੁੰਦੀ ਹੈ। ਠੀਕ ਹੈ, ਦੇਖੋ ਫਾਈਨੈਂਸ਼ੀਅਲ ਈਅਰ ਕਿੱਥੋਂ ਤੋਂ ਸਟਾਰਟ ਹੁੰਦਾ? ਜਿਹਦੇ ਵਿੱਚ ਬਜਟ ਪੇਸ਼ ਕੀਤਾ ਜਾਂਦਾ। ਕਹਿੰਦੇ ਕਿਸੇ ਵੀ ਸਾਲ ਦੀ 1 ਅਪ੍ਰੈਲ ਤੋਂ ਲੈ ਕੇ ਅਗਲੇ ਸਾਲ ਦੀ 31 ਮਾਰਚ ਤੱਕ ਕੀ ਹੈ? ਇੱਕ ਸਾਲ ਮੰਨਿਆ ਜਾਂਦਾ। ਠੀਕ ਹੈ, 1 ਅਪ੍ਰੈਲ ਤੋਂ ਲੈ ਕੇ 31 ਮਾਰਚ ਤੱਕ ਕੀ ਆ? ਫਾਈਨੈਂਸ਼ੀਅਲ ਈਅਰ ਸ਼ੁਰੂ ਹੁੰਦਾ। ਠੀਕ ਹੈ, 1 ਅਪ੍ਰੈਲ ਤੋਂ ਤੇ 31 ਮਾਰਚ ਤੱਕ ਕੀ ਆ? ਖਤਮ ਹੋ ਜਾਂਦਾ। ਠੀਕ ਹੈ, ਇਸੇ ਸਾਲ ਦੇ ਵਿੱਚ ਕੀ ਆ? ਜਿਹੜਾ ਫਾਈਨਾਂਸ ਮਿਨਿਸਟਰ ਆ ਉਹ ਪਾਰਲੀਮੈਂਟ ਦੇ ਵਿੱਚ ਵਿੱਤ ਮੰਤਰੀ ਆ। ਠੀਕ ਹੈ, ਜਿਹੜਾ ਉਹ ਸੰਸਦ ਦੇ ਵਿੱਚ ਕੀ ਕਰਦਾ? ਬਜਟ ਨੂੰ ਪ੍ਰਪੇਅਰ ਕਰਦਾ ਤੇ ਪ੍ਰੈਜ਼ੈਂਟ ਕਰਦਾ। ਠੀਕ ਹੈ, ਕਿਹਦੇ ਅੱਗੇ? ਸੰਸਦ ਅੱਗੇ। ਹੁਣ ਜਿਹੜਾ ਵਿੱਤ ਮੰਤਰੀ ਹੁੰਦਾ, ਠੀਕ ਹੈ, ਫਾਈਨਾਂਸ ਮਿਨਿਸਟਰ ਹੁੰਦਾ, ਉਹ ਦੇਖਦਾ ਵੀ ਆਪਣੀ ਜਿਹੜੀ ਗਵਰਨਮੈਂਟ ਨੂੰ ਦੱਸਦਾ ਵੀ ਆਪਣੇ ਇਹ ਇਕੋਨਮੀ ਦੇ ਵਿੱਚ ਆਪਣੀ ਸਾਰੇ ਮੰਨ ਲਓ ਆਪਣੀ ਕੰਟਰੀ ਦੇ ਵਿੱਚ ਇੰਡੀਆ ਦੇ ਵਿੱਚ ਕਿੰਨੇ ਖਰਚੇ ਆਉਣਗੇ। ਠੀਕ ਹੈ, ਤੇ ਕਿੰਨੀ ਆਮਦਨ ਆਊਗੀ। ਸੋ ਦੇਖੋ ਕਹਿੰਦੇ ਉਹਦੇ ਵਿੱਚ ਆਪਾਂ ਸੁਣਿਆ ਵੀ ਪਾਰਲੀਮੈਂਟ 'ਚ ਸੰਸਦ ਵਿੱਚ ਕੁਝ ਬਿੱਲ ਪਾਸ ਕੀਤੇ ਜਾਂਦੇ ਆ। ਠੀਕ ਹੈ, ਉਹਦੇ ਵਿੱਚ ਜਿਹੜਾ ਫਾਈਨੈਂਸ ਬਿੱਲ ਆ, ਠੀਕ ਹੈ, ਵਿੱਤੀ ਬਿੱਲ ਆ, ਵਿੱਤ ਬਿੱਲ ਜਿਹਨੂੰ ਕਿਹਾ ਜਾਂਦਾ, ਇਜ਼ ਪਾਸਡ ਕਾਹਦੇ ਲਈ ਪਾਸਡ ਕੀਤਾ ਜਾਂਦਾ? ਟੂ ਅਪਰੂਵ ਦਾ ਟੈਕਸ ਪ੍ਰਪੋਜ਼ਲ ਇਨ ਦਾ ਬਜਟ। ਠੀਕ ਹੈ, ਬਜਟ ਦੇ ਵਿੱਚ ਉਹ ਤੈਅ ਕਰਦਾ ਵੀ ਕਿੱਥੇ ਕਿੱਥੇ ਲੋਕਾਂ ਤੋਂ ਟੈਕਸ ਲਏ ਜਾਣਗੇ। ਟੈਕਸਾਂ ਤੋਂ ਕੀ ਹੋਊਗੀ? ਆਮਦਨ। ਠੀਕ ਹੈ, ਇਹ ਤਾਂ ਹੋਊਗੀ ਆਮਦਨ ਦੀ ਗੱਲ। ਟੈਕਸ ਦੀ ਗੱਲ ਕੀ ਕੀਤੀ ਜਾਂਦੀ ਹੈ? ਫਾਈਨੈਂਸ ਬਿੱਲ ਦੇ ਵਿੱਚ। ਠੀਕ ਹੈ, ਇਸ ਤੋਂ ਅੱਗੇ ਕੀ ਹੈ? ਵੰਡ ਬਿੱਲ ਹੁੰਦਾ। ਠੀਕ ਹੈ, ਜਿਹਨੂੰ ਐਪਰੋਪ੍ਰੀਏਸ਼ਨ ਬਿੱਲ ਵੀ ਕਿਹਾ ਜਾਂਦਾ। ਠੀਕ ਹੈ, ਇਹ ਕਾਹਦੇ ਲਈ ਪਾਸਡ ਕੀਤਾ ਜਾਂਦਾ? ਅਥਾਰਟੀਜ਼ ਹੁੰਦੀਆਂ ਉਹਨਾਂ ਦੁਆਰਾ ਕੀ ਆ? ਇਹ ਪਾਸ ਕੀਤੇ ਜਾਂਦੇ ਆ। ਠੀਕ ਹੈ, ਇਹ ਕੀ ਆ? ਮਤਲਬ ਇਹ ਜੋ ਵੀ ਆਪਣੇ ਦੇਸ਼ ਵਿੱਚ ਜਿੰਨੇ ਵੀ ਖਰਚੇ ਹੋਣੇ ਹੁੰਦੇ ਆ, ਐਕਸਪੈਂਡੀਚਰਸ ਹੋਣੇ ਹੁੰਦੇ ਆ, ਉਹਨਾਂ ਲਈ ਹੁੰਦੇ ਆ। ਠੀਕ ਹੈ, ਹੁਣ ਤੁਸੀਂ ਕੀ ਯਾਦ ਰੱਖਣਾ ਵੀ ਜਿਹੜਾ ਫਾਈਨੈਂਸ਼ੀਅਲ ਈਅਰ ਆ ਉਹ 1 ਅਪ੍ਰੈਲ ਤੋਂ ਸ਼ੁਰੂ ਹੋ ਕੇ 31 ਮਾਰਚ ਤੱਕ ਹੁੰਦਾ। ਠੀਕ ਹੈ, ਇਹਨੂੰ ਪ੍ਰਪੇਅਰ ਤੇ ਪ੍ਰੈਜ਼ੈਂਟ ਕੌਣ ਕਰਦਾ? ਫਾਈਨਾਂਸ ਮਿਨਿਸਟਰ। ਠੀਕ ਹੈ, ਕਿਹਦੇ ਵਿੱਚ? ਪਾਰਲੀਮੈਂਟ ਵਿੱਚ। ਕਹਿੰਦੇ ਫਾਈਨਾਂਸ ਬਿੱਲ ਕਿਹਦੇ ਲਈ ਪਾਸ ਕੀਤਾ ਜਾਂਦਾ? ਟੈਕਸਾਂ ਲਈ। ਤੇ ਐਪਰੋਪ੍ਰੀਏਸ਼ਨ ਜਿਹੜਾ ਬਿੱਲ ਹੁੰਦਾ ਉਹ ਕਾਹਦੇ ਲਈ ਪਾਸ ਕੀਤਾ ਜਾਂਦਾ? ਐਕਸਪੈਂਡੀਚਰ ਦੇ ਲਈ। ਠੀਕ ਹੈ, ਹੁਣ ਫੋਰ ਤੁਹਾਨੂੰ ਜਨਰਲ ਨੌਲੇਜ ਲਈ ਪਤਾ ਹੋਣਾ ਚਾਹੀਦਾ ਵੀ ਜਿਹੜਾ ਫਾਈਨਾਂਸ ਮਿਨਿਸਟਰ ਆ ਜਿਹਦੀ ਗੱਲ ਕਰ ਰਹੇ ਆ ਵੀ ਪ੍ਰੈਜ਼ੈਂਟ ਟਾਈਮ ਦੇ ਵਿੱਚ ਆਪਣੇ ਇੰਡੀਆ ਦਾ ਫਾਈਨਾਂਸ ਮਿਨਿਸਟਰ ਕੌਣ ਆ? ਉਹ ਹੈਗਾ ਨਿਰਮਲਾ ਸੀਤਾਰਮਨ। ਠੀਕ ਹੈ, ਨਿਰਮਲਾ ਸੀਤਾਰਮਨ। ਓਕੇ, ਯਾਦ ਰੱਖਣਾ ਇਹ। ਇਸ ਤੋਂ ਅੱਗੇ ਦੇਖੋ ਕਹਿੰਦੇ ਡੈਫੀਨੇਸ਼ਨ ਕੀ ਆ ਹੁਣ ਬਜਟ ਦੀ। ਠੀਕ ਹੈ, ਗਵਰਨਮੈਂਟ ਬਜਟ ਦੀ ਗੱਲ ਕਰ ਰਹੇ ਆ, ਉਹਦੀ ਕੀ ਆ? ਡੈਫੀਨੇਸ਼ਨ ਕੀ ਆ? ਕਹਿੰਦੇ ਆ ਬਜਟ ਇਜ਼ ਐਨੂਅਲ ਸਟੇਟਮੈਂਟ ਆਫ ਐਕਸਪੈਂਡੀਚਰ ਐਂਡ ਰੈਵਨਿਊ। ਰੈਵਨਿਊ ਕੀ ਹੁੰਦਾ? ਆਮਦਨ। ਠੀਕ ਹੈ, ਕਿਹਦੀ ਇੱਕ ਸਾਲ ਦੇ ਵਿੱਚ ਸਾਲਾਨਾ ਸਟੇਟਮੈਂਟ ਆ ਕਾਹਦੀ? ਐਕਸਪੈਂਡੀਚਰ ਦੀ, ਖਰਚ ਦੀ ਤੇ ਆਮਦਨ ਦੀ। ਠੀਕ ਹੈ, ਹੁਣ ਦੇਖੋ ਇਹਦੇ ਵਿੱਚ ਕੀ ਕੀ ਕੀਤਾ ਜਾਂਦਾ? ਐਂਡ ਟੂ ਮੀਟ ਦਾ ਐਕਸਪੈਂਡੀਚਰ ਪ੍ਰਪੋਜ਼ਲਸ ਬਾਈ ਦਾ ਪਬਲਿਕ ਅਥਾਰਟੀਜ਼ ਐਂਡ ਇਟ ਯੂਜ਼ਲੀ ਕਵਰਸ ਐਟ ਲੀਸਟ 2 ਫਿਜ਼ੀਕਲ ਪੀਰੀਅਡਸ। ਠੀਕ ਹੈ, ਕਹਿੰਦੇ ਇਹਦੇ ਵਿੱਚ ਜਿਹੜੇ ਜਨਤਕ ਅਧਿਕਾਰੀ ਆ, ਠੀਕ ਹੈ, ਮਤਲਬ ਜਿਹੜੇ ਇਹਨਾਂ ਨੂੰ ਬਣਾਉਂਦੇ ਆ ਬਿੱਲ ਨੂੰ, ਉਹ ਕੀ ਕਰਦੇ ਆ? ਉਹਦੇ ਵਿੱਚ ਕਹਿੰਦੇ ਖਰਚੇ ਦਾ ਪ੍ਰਸਤਾਵ ਦਿੰਦੇ ਆ, ਮਤਲਬ ਵੀ ਐਕਟੀ ਆਪਣੇ ਦੇਸ਼ ਵਿੱਚ ਕੀ ਕੀ ਖਰਚਾ ਹੋਣਾ। ਠੀਕ ਹੈ, ਤੇ ਉਹ ਕੀ ਆ? ਐਟਮੋਸਟ ਕਹਿੰਦੇ 2 ਸਾਲਾਂ ਨੂੰ, 2 ਪੀਰੀਅਡਸ ਨੂੰ ਕੀ ਆ ਇਹਦੇ ਵਿੱਚ ਕਵਰ ਕਰਦੇ ਆ। ਦੇਖੋ ਦਾ ਕਲੋਜ਼ਿੰਗ ਪੀਰੀਅਡ ਐਂਡ ਦਾ ਪੀਰੀਅਡ ਆਫ ਕੰਮ। ਕਹਿੰਦੇ ਜਿਹੜਾ ਟਾਈਮ ਕਲੋਜ਼ ਹੋ ਚੁੱਕਿਆ, ਖਤਮ ਹੋ ਚੁੱਕਿਆ, ਤੇ ਆਉਣ ਵਾਲੇ ਜਿਹੜਾ ਪੀਰੀਅਡ ਹੈ, ਠੀਕ ਹੈ, ਸਮਾਂ ਵਾ, ਉਹਦੇ ਵਿੱਚ ਕੀ ਕੀ ਹੋਊਗਾ। ਠੀਕ ਹੈ, ਕੀ ਕੀ ਖਰਚ ਆਉਣਗੇ, ਕੀ ਕੀ ਆਮਦਨ ਆਊਗੀ, ਉਹਦੀ ਕੀ ਆ? ਪ੍ਰੋਵੀਜ਼ਨ ਕਰਦੇ ਆ। ਦੇਖੋ ਬਜਟ ਖਰਚਿਆਂ ਅਤੇ ਆਮਦਨ ਦਾ ਸਾਲਾਨਾ ਵਿਵਰਣ ਹੁੰਦਾ ਹੈ। ਠੀਕ ਹੈ, ਪੜ੍ਹ ਲਿਆ ਆਪਾਂ ਬਜਟ ਕੀ, ਇਹਦੇ ਵਿੱਚ ਕੀ ਹੁੰਦੇ ਆ? ਖਰਚੇ ਹੁੰਦੇ ਆ ਤੇ ਆਮਦਨ ਹੁੰਦੀ ਆ, ਜਿਸ ਵਿੱਚ ਜਨਤਕ ਅਧਿਕਾਰੀਆਂ ਦੁਆਰਾ ਪ੍ਰਸਤਾਵਿਤ ਖਰਚੇ ਕਰਨ ਦਾ ਵਰਣਨ ਕੀਤਾ ਜਾਂਦਾ। ਇਹਦੇ ਵਿੱਚ ਕੀ ਆ? ਜਨਤਕ ਅਧਿਕਾਰੀ ਆ ਉਹ ਕਿਹਦਾ ਵਰਣਨ ਕਰਦੇ ਆ ਵੀ ਕੀ ਕੀ ਖਰਚੇ ਆਉਣਗੇ। ਠੀਕ ਹੈ, ਇਸ ਵਿੱਚ ਘੱਟੋ ਘੱਟ 2 ਵਿੱਤੀ ਸਮੇਂ ਸਮਾਪਤ ਹੋਣ ਸਮੇਂ ਅਤੇ ਆਉਣ ਵਾਲੇ ਸਮੇਂ ਦਾ ਵਰਣਨ ਕੀਤਾ ਜਾਂਦਾ। ਇਹਦੇ ਵਿੱਚ 2 ਸਮਿਆਂ ਦਾ ਵਰਣਨ ਕੀਤਾ ਜਾਂਦਾ। ਇੱਕ ਤਾਂ ਜਿਹੜਾ ਵਿੱਤੀ ਸਮਾਂ ਸਮਾਪਤ ਹੋ ਗਿਆ, ਮਤਲਬ ਉਹਦੇ ਵਿੱਚ ਅਸੀਂ ਕੀ ਕੀ ਕੀਤਾ, ਤੇ ਇੱਕ ਆਉਣ ਵਾਲਾ ਕੀ ਕੀ ਕਰਾਂਗੇ। ਠੀਕ ਹੈ, ਉਹਦੀ ਗੱਲ ਕੀਤੀ ਜਾਂਦੀ ਆ। ਇਸ ਤੋਂ ਅੱਗੇ ਦੇਖੋ ਅਗਲੀ ਡੈਫੀਨੇਸ਼ਨ ਕੀ ਆ? ਆ ਬਜਟ ਇਜ਼ ਆ ਬੈਲੈਂਸ ਐਸਟੀਮੇਟ ਲੱਗ ਗਿਆ ਨਾ, ਫਿਰ ਐਸਟੀਮੇਟ ਜ਼ਰੂਰ ਲਵਾਉਣਾ। ਠੀਕ ਹੈ, ਆਫ ਐਕਸਪੈਂਡੀਚਰ ਐਂਡ ਰਿਸੀਪਟਸ ਫॉर ਆ ਗਿਵਨ ਪੀਰੀਅਡ ਆਫ ਟਾਈਮ। ਗਿਵਨ ਪੀਰੀਅਡ ਟਾਈਮ ਮਤਲਬ ਇੱਕ
ਫਾਈਨੈਂਸ਼ੀਅਲ ਈਅਰ ਆਪਣਾ ਜਿਹਨੂੰ ਫਿਜ਼ੀਕਲ ਈਅਰ ਵੀ ਕਿਹਾ ਜਾਂਦਾ, ਠੀਕ ਹੈ। ਉਹਦੇ ਵਿੱਚ ਕੀ ਖਰਚੇ ਆਉਣਗੇ, ਕੀ ਆਮਦਨ ਹੋਗੀ, ਉਹਦਾ ਕੀ ਹੈ ਬੈਲੈਂਸ ਦੇ ਵਿੱਚ, ਸੰਤੁਲਨ ਦੇ ਵਿੱਚ ਐਸਟੀਮੇਟ ਆ, ਠੀਕ ਹੈ। ਇਨ ਦ ਹੈਂਡਸ ਆਫ ਐਨ ਐਡਮਿਨਿਸਟ੍ਰੇਟਿਵ ਆ ਬਜਟ ਇਜ਼ ਆ ਰਿਕਾਰਡ ਆਫ, ਠੀਕ ਹੈ। ਬਜਟ ਕਾਹਦਾ ਰਿਕਾਰਡ ਆ, ਪਾਸਟ ਪਰਫਾਰਮੈਂਸ, ਮਤਲਬ ਪਾਸਟ ਦੇ ਵਿੱਚ ਆਪਣੇ ਦੇਸ਼ ਦੀ ਕਿਹੋ ਜਿਹੀ ਪਰਫਾਰਮੈਂਸ ਸੀ, ਕਿੰਨਾ ਖਰਚ ਹੋਇਆ, ਕਿੰਨੀ ਆਮਦਨ ਹੋਈ। ਆ ਮੈਥਡ ਆਫ ਕਰੰਟ ਕੰਟਰੋਲ ਮਤਲਬ ਪ੍ਰੈਜ਼ੈਂਟ ਟਾਈਮ ਦੇ ਵਿੱਚ ਜਿਹੜੇ ਖਰਚੇ ਵੱਧ ਰਹੀ ਹੈ ਜਾਂ ਆਮਦਨ ਜਿਹੜੀ ਘਟ ਰਹੀ ਹੈ, ਠੀਕ ਹੈ, ਉਹਦੇ ਕੀ ਮੈਥਡਸ ਹੋ ਸਕਦੇ ਆ ਉਹਨੂੰ ਕੰਟਰੋਲ ਕਰਨ ਦੇ। ਅਤੇ ਐਂਡ ਆ ਪ੍ਰੋਜੈਕਸ਼ਨ ਆਫ ਫਿਊਚਰ ਪਲਾਨਸ, ਪ੍ਰੋਜੈਕਸ਼ਨ ਮਤਲਬ ਯੋਜਨਾਵਾਂ ਬਣਾਈਆਂ ਜਾਂਦੀਆਂ, ਠੀਕ ਹੈ, ਉਹਦੇ ਲਈ ਕੀ ਕਰਨਾ, ਠੀਕ ਹੈ, ਫਿਊਚਰ ਦੇ ਲਈ ਕੀ ਕਰਨਾ ਉਹ ਵੀ ਬਜਟ ਦੇ ਵਿੱਚ ਤੈਅ ਕੀਤਾ ਜਾਂਦਾ। ਸੋ ਆਪਾਂ ਕਹਿ ਸਕਦੇ ਹਾਂ ਕਿ ਬਜਟ ਦੇ ਵਿੱਚ ਪਾਸਟ, ਪ੍ਰੈਜ਼ੈਂਟ ਤੇ ਫਿਊਚਰ ਦੀ ਗੱਲ ਵੀ ਕੀਤੀ ਜਾਂਦੀ ਹੈ। ਸੋ ਇਸ ਤੋਂ ਅੱਗੇ ਆਪਾਂ ਕੱਲ ਸਟਾਰਟ ਕਰਾਂਗੇ, ਠੀਕ ਹੈ, ਅਗਲਾ ਟੌਪਿਕ। ਸੋ ਥੈਂਕ ਯੂ ਸਟੂਡੈਂਟਸ।